विचारिता परोपकारी विद्या विचारिता परोपकारी। कुरुक्षेत्र यूनिवर्सिटी कुरुक्षेत्र ਦੇ ਵਿੱਚ ਡਾਕਟਰ ਕੁਲਦੀਪ ਸਿੰਘ ਜੋ ਕਿ ਨੌਜਵਾਨ ਆਲੋਚਕ ਨੇ, ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਉਹ ਵੀ ਆਪਣੇ ਵਿਚਾਰ ਤੁਹਾਡੇ ਸਭ ਨਾਲ ਸਾਂਝੇ ਕਰਨ। ਡਾਕਟਰ ਕੁਲਦੀਪ ਜੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਉਮੀਦ ਹੈ ਮੇਰੀ ਆਵਾਜ਼ ਤੁਹਾਨੂੰ ਆ ਰਹੀ ਹੋਵੇਗੀ। ਹਾਂਜੀ। ਮੈਨੂੰ ਬਹੁਤ ਖੁਸ਼ੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੂੰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਔਰ ਪਹਿਲਾ 1 ਘੰਟਾ ਮੈਂ ਜੁਆਇਨ ਨਹੀਂ ਕਰ ਪਾਇਆ ਕੁਝ ਤਕਨੀਕੀ ਖਾਮੀਆਂ ਕਰਕੇ, ਲੇਕਿਨ ਮੈਂ ਬਹੁਤ ਆਪਣੇ ਜਿਹੜੇ ਸਾਥੀਆਂ ਨੂੰ ਸੁਣਿਆ ਔਰ ਬਹੁਤ ਮੈਨੂੰ ਤਸੱਲੀ ਹੋਈ। ਮੈਂ ਆਪਣੇ ਆਪ ਨੂੰ ਉਸ ਵਿੱਚ ਸ਼ਾਮਲ ਕਰ ਪਾਇਆ ਇਸ ਗੋਸ਼ਟੀ ਦੇ ਵਿੱਚ। ਇਸ ਜਿਹੜੀ ਕਿਤਾਬ ਹੈ ਸੀਤੇ ਬੁੱਲਾਂ ਦਾ ਸੁਨੇਹਾ, ਉਸ ਦੇ ਲੇਖਕ ਡਾਕਟਰ ਸਰਦਾਰ ਬਲਦੇਵ ਸਿੰਘ ਗਰੇਵਾਲ ਜੀ ਹੋਰਾਂ ਨੂੰ ਔਰ ਇਸ ਪ੍ਰੋਫੈਸਰ ਰੰਧਾਵਾ ਜੀ ਹੋਰਾਂ ਨੂੰ, ਮੈਡਮ ਧਨਵੰਤ ਕੌਰ ਹੋਰਾਂ ਨੂੰ ਲੱਗਦਾ ਨੈਟਵਰਕ ਦੀ ਸਮੱਸਿਆ ਆ ਰਹੀ ਹੈ। ਜਿੰਨੀ ਵੀ ਵਿਚਾਰ ਚਰਚਾ ਗੱਲਾਂ ਤੋਂ ਕੁਝ ਆਪਣੀਆਂ ਜਿਹੜੀਆਂ ਨੇ ਮੈਨੂੰ ਲੱਗਾ ਇਹਨਾਂ ਕਹਾਣੀਆਂ ਨੂੰ ਪੜ੍ਹ ਕੇ ਮੈਂ ਡਾਕਟਰ ਸਾਹਿਬ ਮੈਂ ਆਪਣਾ ਮੈਨੂੰ ਲੱਗਦਾ ਕੈਮਰਾ ਆਫ ਕਰਨਾ ਪੈਣਾ ਹੈ। ਕੈਮਰਾ ਕਰ ਲੈਣਾ, ਆਫ ਹੋ ਸਕਦਾ ਆਵਾਜ਼ ਨਾਲ ਚੱਲ ਜਾਵੇ। ਜੀ ਪਰਿਕਰਮਾ ਨਾਵਲ ਰੋਸ਼ਨੀ ਦੀ ਦਸਤਕ ਤੋਂ ਬਾਅਦ ਇਹ ਜਿਹੜੀ ਤੀਜੀ ਕਿਤਾਬ ਹੈ ਬਲਦੇਵ ਸਿੰਘ ਗਰੇਵਾਲ ਹੋਰਾਂ ਦੀ ਸੀਤੇ ਬੁੱਲਾਂ ਦਾ ਸੁਨੇਹਾ, ਇਹ ਬਹੁਤ ਹੀ ਜਿਹੜੀ ਹੈ ਉਹ ਇਸ ਦਾ ਟਾਈਟਲ ਜਿਹੜਾ ਹੈ ਬਹੁਤ ਟੁੰਬਦਾ ਹੈ। ਉਹ ਇਸ ਕਿਤਾਬ ਨੂੰ ਪੜ੍ਹਨ ਲਈ ਮਜਬੂਰ ਕਰਦਾ ਹੈ ਉਸ ਪਾਠਕ ਨੂੰ ਜਿਹੜਾ ਪੜ੍ਹਨ ਦਾ ਚਾਹਵਾਨ ਹੈ। ਇਹ ਤੁਸੀਂ ਇਗਨੋਰ ਨਹੀਂ ਕਰ ਸਕਦੇ। ਇਹ ਕਿਤਾਬ ਅਗਰ ਟੇਬਲ ਤੇ ਪਈ ਹੋਈ ਹੈ, ਇਹ ਇਸ ਦੀ ਇਸ ਪੁਸਤਕ ਦੀ ਇੱਕ ਖੂਬਸੂਰਤੀ ਹੈ। ਪਹਿਲੀ ਕਹਾਣੀ ਤੋਂ ਲੈ ਕੇ 28ਵੀਂ ਜਿਹੜੀ ਕਹਾਣੀ ਹੈ ਆਜ਼ਾਦ ਲੋਕ, ਉਸ ਤੋਂ ਪਹਿਲਾਂ ਖੱਟੀ ਕਮਾਈ, ਉਸ ਦਾ ਨਾਂ ਸੀਤੇ ਬੁੱਲਾਂ ਦਾ ਸੁਨੇਹਾ, ਬਹੁਤ ਪ੍ਰਭਾਵ ਜਿਹੜਾ ਨੇ ਬਹੁਤ ਟੁੰਬਦੀਆਂ ਨੇ ਪਾਠਕ ਨੂੰ। ਔਰ ਇਹਨਾਂ ਕਹਾਣੀਆਂ ਦਾ ਜਿਹੜਾ ਕੈਨਵਸ ਹੈ, ਮੈਨੂੰ ਨਿਦਾ ਫਾਜ਼ਲੀ ਦਾ ਇੱਕ ਸ਼ੇਰ ਯਾਦ ਹੁੰਦਾ ਹੈ ਕਿ ਹਰ ਆਦਮੀ में होते हैं 10-20 आदमी जिसको भी देखना बार बार देखना। तो ਇਹਨਾਂ ਕਹਾਣੀਆਂ ਨੂੰ, ਇਹਨਾਂ ਦੇ ਜਿਹੜੇ ਪਾਤਰ ਨੇ, ਉਹਨਾਂ ਨੂੰ ਜਦੋਂ ਤੁਸੀਂ ਇਹਨਾਂ ਕਹਾਣੀਆਂ ਦਾ ਅਧਿਐਨ ਕਰਦੇ ਹੋ ਤਾਂ ਤੁਹਾਨੂੰ ਬਾਰ-ਬਾਰ ਰੁਕਣਾ ਪੈਂਦਾ ਹੈ, ਸਮਝਣਾ ਪੈਂਦਾ ਹੈ। ਉਹ ਜਿਹੜੀਆਂ ਆਵਾਜ਼ਾਂ ਨੇ, ਉਹ ਜਿਹੜੀਆਂ ਧੁਨੀਆਂ ਨੇ, ਜਿਨ੍ਹਾਂ ਪਾਤਰਾਂ ਰਾਹੀਂ ਕਹਾਣੀਕਾਰ ਜੋ ਸੁਨੇਹਾ ਦੇਣਾ ਚਾਹੁੰਦਾ ਹੈ, ਅਸੀਂ ਉਸਨੂੰ ਮਾਨਣ ਦੀ ਕੋਸ਼ਿਸ਼, ਉਸ ਮੈਸੇਜ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਹਨਾਂ ਕਹਾਣੀਆਂ ਰਾਹੀਂ। ਔਰ ਜਿੱਥੋਂ ਤੱਕ ਚੁੱਪ ਦਾ ਸਵਾਲ ਹੈ, ਇੱਕ ਚੁੱਪ ਤੇ 100 ਸੁੱਖ ਦੀ ਬਿਰਤੀ ਵਾਲੀ ਜਿਹੜੀ ਹੈ ਇਹ ਕਹਾਣੀਆਂ ਨਹੀਂ। ਇਹ ਜਿਹੜੀ ਅਕਹਿ ਚੁੱਪ ਹੈ, ਜਦੋਂ ਬੋਲਦੀ ਹੈ ਤਾਂ ਬੋਲਣ ਵਾਲੇ ਦੀ ਜਿਹੜੀ ਹੈ ਉਹ ਬੋਲਤੀ ਵੀ ਬੰਦ ਉਹ ਕਰਵਾਉਂਦੀਆਂ ਨੇ। ਇਹਨਾਂ ਕਹਾਣੀਆਂ ਦੇ ਪਾਤਰਾਂ ਦੀ ਜਿਹੜੀ ਚੁੱਪ ਹੈ, ਖਾਸ ਤੌਰ ਤੇ ਦੇਖਾਂਗੇ ਅਸੀਂ ਸੀਤੇ ਬੁੱਲਾਂ ਦਾ ਸੁਨੇਹਾ, ਉਸ ਦੀ ਜਿਹੜੀ ਪਾਤਰ ਹੈ ਅਰਚਨਾ। ਔਰ ਇਹਨਾਂ ਕਹਾਣੀਆਂ ਦੀ ਜਿਹੜੀ ਖੂਬਸੂਰਤੀ ਇਹ ਹੈ ਕਿ ਜੇਕਰ ਜ਼ਿੰਦਗੀ ਨੂੰ ਬਿਹਤਰ ਨਹੀਂ ਬਣਾਇਆ ਜਾ ਸਕਦਾ ਤਾਂ ਘੱਟੋ ਘੱਟ ਉਸ ਦੀ ਸਮਝ ਬਾਰੇ ਗੱਲ ਜਿਹੜੀ ਹੈ, ਜ਼ਿੰਦਗੀ ਦੀ ਸਮਝ ਬਾਰੇ ਗੱਲ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਇਹੀ ਵਿਚਾਰ ਇਹਨਾਂ ਕਹਾਣੀਆਂ ਦੀ ਅਹਿਮ ਪ੍ਰਾਪਤੀ ਜਿਹੜੀ ਹੈ ਉਹ ਹੋ ਨਿਬੜਦਾ ਹੈ। ਮੈਨੂੰ ਇਉਂ ਲੱਗਦਾ ਹੈ ਕਿ ਜ਼ਿੰਦਗੀ ਨੂੰ ਜਿਹੜਾ ਹੈਗਾ ਉਹ ਬਿਹਤਰ ਕਿਵੇਂ ਬਣਾਇਆ ਜਾ ਸਕਦਾ ਹੈ। ਇੱਕ ਗੱਲ ਹੋਰ, ਜਦੋਂ ਅਸੀਂ ਜਿਹੜੀ ਪਹਿਲੀ ਕਹਾਣੀ, ਇਸ ਕਹਾਣੀ ਸੰਗ੍ਰਹਿ ਦੀ ਖੱਟੀ ਕਮਾਈ, ਜਦੋਂ ਉਸਨੂੰ ਅਸੀਂ ਪੜ੍ਹਦੇ ਹਾਂ ਤਾਂ ਉਹ ਪਰਿਕਰਮਾ ਨਾਵਲ ਜਿਹੜਾ ਉਹ ਜ਼ਹਿਨ ਚ ਆਉਂਦਾ ਹੈ, ਤੁਹਾਡੇ ਉਹ ਘੁੰਮਦਾ ਹੈ। ਅਗਰ ਪਰਿਕਰਮਾ ਨਾਵਲ ਨੂੰ ਅਸੀਂ ਇੱਕ ਕਹਾਣੀ ਦੇ ਰੂਪ ਦੇ ਵਿੱਚ ਦੇਖਣਾ ਹੈ ਤੇ ਉਹ ਖੱਟੀ
ਕਮਾਈ ਉਸ ਪਰਿਕਰਮਾ ਦਾ ਨਿਚੋੜ ਹੈ, ਉਸ ਦਾ ਸਾਰ ਤੱਤ ਹੈ। ਇਸੇ ਤਰ੍ਹਾਂ ਮੈਂ ਜਦੋਂ ਸੀਤੇ ਬੁੱਲਾਂ ਦਾ ਸੁਨੇਹਾ ਕਹਾਣੀ ਨੂੰ ਪੜ੍ਹਦਾ ਪਿਆ ਸੀ ਤਾਂ ਮੈਨੂੰ ਦਲੀਪ ਕੌਰ ਟਿਵਾਣਾ ਦਾ ਨਾਵਲ ਪੀਲੇ ਪੱਤਿਆਂ ਦੀ ਦਾਸਤਾਨ ਉਹ ਮੈਨੂੰ ਚੇਤੇ ਆਉਂਦਾ, ਉਸ ਦੀ ਯਾਦ ਹੁੰਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਇਹ ਉਹਨਾਂ ਨਾਲ ਹੂਬਹੂ ਮਿਲਦੀਆਂ ਜੁਲਦੀਆਂ ਕਹਾਣੀਆਂ ਨੇ ਜਾਂ ਇਹਨਾਂ ਦਾ ਕਥਾ ਰਸ ਉਵੇਂ ਦਾ ਹੈ, ਲੇਕਿਨ ਜਿਹੜੇ ਸਾਡੇ ਚੇਤੇ ਦੇ ਵਿੱਚ, ਸਾਡੀ ਸਿਮਰਤੀ ਦੇ ਵਿੱਚ ਬਹੁਤ ਕੁਝ ਐਵੇਂ ਦਾ ਜਿਹੜਾ ਪਿਆ ਹੋਇਆ, ਜਿਹੜਾ ਪਹਿਲਾਂ ਪੜ੍ਹਿਆ ਹੋਇਆ ਹੈ, ਉਸ ਨੂੰ ਦੁਬਾਰਾ ਪੜ੍ਹਨ ਲਈ, ਉਸ ਬਾਰੇ ਸੋਚਣ ਲਈ ਇਹ ਕਹਾਣੀਆਂ ਤੁਹਾਨੂੰ ਪ੍ਰੇਰਿਤ ਕਰਦੀਆਂ ਨੇ। ਇਹੋ ਹੀ ਇਹਨਾਂ ਕਹਾਣੀਆਂ ਦੀ ਜਿਹੜੀ ਹੈ ਉਹ ਖੂਬਸੂਰਤੀ ਹੈਗੀ ਹੈ। ਜਿੱਥੋਂ ਤੱਕ ਇਹਨਾਂ ਦੀ ਭਾਸ਼ਾ ਦਾ ਸਵਾਲ ਹੈ, ਖਾਸ ਤੌਰ ਤੇ ਜਿਹੜੀ ਗਲਪ ਦੀ ਭਾਸ਼ਾ ਹੈ, ਤੇ ਇਸ ਸੰਬੰਧ ਦੇ ਵਿੱਚ ਮਿਖਾਇਲ ਬਾਖਤਿਨ ਕਹਿੰਦਾ ਹੈ ਕਿ ਗਲਪ ਵਿੱਚ ਦੋ ਤਰ੍ਹਾਂ ਦੀ ਭਾਸ਼ਾ ਹੁੰਦੀ ਹੈ। ਇੱਕ ਭਾਸ਼ਾ ਉਹ ਹੁੰਦੀ ਹੈ ਜਿਸ ਦਾ ਸੰਬੰਧ ਪਾਤਰਾਂ ਦੇ ਇਲਾਕੇ, ਉਹਨਾਂ ਦੀ ਕੌਮੀਅਤ, ਉਹਨਾਂ ਦੇ ਮਾਨਸਿਕ ਜਿਹੜਾ ਵਾਤਾਵਰਣ ਹੈ ਤੇ ਉਹਨਾਂ ਦੀਆਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਨਾਂ ਦੇ ਨਾਲ ਜੁੜਿਆ ਹੁੰਦਾ ਹੈ, ਔਰ ਉਹਨਾਂ ਦੀਆਂ ਜਿਹੜੀਆਂ ਜਿਸਮਾਨੀ ਹਰਕਤਾਂ ਦਾ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹਦਾ ਹਿੱਸਾ ਬਣਦੀਆਂ ਨੇ। ਐਵੇਂ ਦੇ ਪਾਤਰਾਂ ਨੂੰ ਜਦੋਂ ਚਿੱਤਰਦਾ ਹੈ ਕੋਈ ਲੇਖਕ, ਸਾਹਿਤਕਾਰ, ਤਾਂ ਇਹਨਾਂ ਸਭ ਗੱਲਾਂ ਨੂੰ ਉਹ ਧਿਆਨ ਦੇ ਵਿੱਚ ਰੱਖਦਾ ਹੈ। ਇਸ ਨੂੰ ਜਿਹੜਾ ਉਸਨੇ ਹੀਟਰੋਗਲੋਸੀਆ ਉਹ ਕਹਿੰਦਾ ਹੈ, ਔਰ ਦੂਸਰੀ ਕਿਸਮ ਦੀ ਭਾਸ਼ਾ ਨੂੰ ਉਹ ਬੰਦੇ ਦੀ ਮਾਨਸਿਕਤਾ ਨਾਲ ਜੋੜ ਕੇ ਸਮਝਾਉਂਦਾ ਹੈ। ਉਹ ਦੱਸਦਾ ਹੈ ਕਿ ਕੋਈ ਵੀ ਵਿਅਕਤੀ ਹਰ ਸਮੇਂ ਅੰਦਰ ਖਾਤੇ ਇੱਕੋ ਹੀ ਆਵਾਜ਼ ਦਾ, ਇੱਕੋ ਹੀ ਦਿਸ਼ਾ ਵਿੱਚ ਪੈਰੋਕਾਰ ਨਹੀਂ ਹੁੰਦਾ। ਪਰਿਸਥਿਤੀਆਂ ਜਦੋਂ ਬਦਲਦੀਆਂ ਨੇ ਤਾਂ ਉਹਨਾਂ ਮਨੁੱਖਾਂ ਦੇ ਅੰਦਰ ਜਿਹੜੀਆਂ ਮਲਟੀਪਲ ਵੌਇਸਿਸ ਨੇ, ਆਪਣਾ ਪੈਤੜਾ ਜਿਹੜਾ ਹੈ, ਆਪਣਾ ਰੂਪ ਜਿਹੜਾ ਹੈ, ਉਹ ਵੀ ਬਦਲਦੀਆਂ ਰਹਿੰਦੀਆਂ ਨੇ। ਕਦੀ ਇੱਕ ਆਵਾਜ਼ ਜਦੋਂ ਅਗਰ ਭੂਮੀ ਵਿੱਚ ਹੁੰਦੀ ਹੈ ਤਾਂ ਦੂਜੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਪਿੱਠ ਭੂਮੀ 'ਚ ਹੁੰਦੀਆਂ ਨੇ। ਇਸ ਦੀ ਮਿਸਾਲ ਜਿਹੜੀ ਹੈ ਉਹ ਸਾਨੂੰ ਸੀਤੇ ਬੁੱਲਾਂ ਦਾ ਸੁਨੇਹਾ ਕਹਾਣੀ, ਜਦੋਂ ਅਰਚਨਾ ਦੇ ਸਾਹਮਣੇ ਸਥਿਤੀ ਹੈ, ਉਹ ਦੇਖਦੀ ਹੈ ਕਿ ਉਸਦਾ ਪਤੀ ਜਿਹੜਾ ਦਲਜੀਤ ਉਹ ਕਿਸ ਤਰ੍ਹਾਂ ਐਨੀ ਦੇ ਨਾਲ ਜਿਹੜਾ ਹੈ ਉਹ ਆਪਣੇ ਜਿਹੜੇ ਵਿਆਹ ਬਾਰੇ ਸੰਬੰਧਾਂ ਦੇ ਕਾਰਨ ਜੁੜਿਆ ਹੋਇਆ, ਔਰ ਉਹ ਚੁੱਪ ਰਹਿੰਦੀ ਹੈ, ਉਹ ਸਾਇਲੈਂਟ ਹੈ, ਪਰ ਉਸਦੀ ਸਾਇਲੈਂਸ ਜਿਹੜੀ ਹੈ ਉਹ ਅੰਦਰੋਂ ਹੀ ਅੰਦਰ ਧੁਖਦੀ ਹੈ। ਔਰ ਜਿਹੜੀਆਂ ਮਲਟੀਪਲ ਵੌਇਸਿਸ ਨੇ ਇਸ ਕਹਾਣੀ ਦੀਆਂ, ਚਾਹੇ ਉਹ ਉਸਦੀ ਭੈਣ ਦੀਆਂ ਨੇ, ਚਾਹੇ ਉਸਦੀ ਆਪਣੀ ਮਾਂ ਦੀਆਂ ਨੇ ਅਰਚਨਾ ਦੀ, ਚਾਹੇ ਉਸਦੀ ਮਾਮੀ ਦੀਆਂ ਨੇ, ਉਹ ਇੱਕ ਇੱਕ ਕਰਕੇ ਉਹ ਉਸਦੇ ਸਾਹਮਣੇ ਘੁੰਮਦੀਆਂ ਨੇ, ਔਰ ਉਸ ਚੋਂ ਉਹਨਾਂ ਦੇ ਕਿਰਦਾਰ ਸਥਿਤੀਆਂ ਪ੍ਰਸਥਿਤੀਆਂ ਦੇ ਅਨੁਸਾਰ ਬਦਲਣ ਦੀ ਜਿਹੜੀ ਔਰਤ ਦੀ ਇੱਕ ਸੋਚ ਹੈ ਉਸ ਨੂੰ ਸਾਡੇ ਸਾਹਮਣੇ ਰੱਖਦੀਆਂ ਨੇ। ਅਰਚਨਾ ਜਦੋਂ ਦੇਖਦੀ ਹੈ ਸਭ ਨੂੰ, ਅਰਚਨਾ ਚੁੱਪ ਰਹੀ, ਉਸਨੇ ਕੋਈ ਜਵਾਬ ਨਾ ਦਿੱਤਾ, ਪਰ ਉਸ ਅੱਗਿਓਂ ਆਪਣੀ ਭੈਣ, ਆਪਣੀ ਮੰਮੀ ਤੇ ਮਾਮੀ ਸਭ ਇੱਕ ਇੱਕ ਕਰਕੇ ਘੁੰਮ ਗਈਆਂ। ਜ਼ਿੰਦਗੀ ਵਿੱਚ ਸਹੂਲਤ ਲਈ ਰਿਸ਼ਤਿਆਂ ਵਿੱਚ ਕਦੋਂ ਢਿੱਲ ਨਹੀਂ ਦਿੱਤੀ ਜਾਂਦੀ ਰਹੀ, ਕਦੋਂ ਸਮਝੌਤੇ ਨਹੀਂ ਹੁੰਦੇ ਰਹੇ। ਇਹੋ ਹੀ ਉਹ ਮਲਟੀਪਲ ਵੌਇਸਿਸ ਨੇ। ਇਹ ਸਿਰਫ ਮਲਟੀਪਲ ਵੌਇਸਿਸ ਅਰਚਨਾ ਦੀ ਮਾਂ, ਭੈਣ ਔਰ ਮਾਮੀ ਨਹੀਂ, ਇਹ ਸਿਰਫ ਇੱਕ ਮਾਧਿਅਮ ਨੇ, ਲੇਕਿਨ ਇਹ ਬਹੁਤ ਜਿਹੜੇ ਰਿਸ਼ਤਿਆਂ 'ਚ ਵੱਜੀਆਂ ਹੋਈਆਂ ਔਰਤਾਂ ਦੀਆਂ ਉਹ ਵੌਇਸ, ਉਹ ਆਵਾਜ਼ਾਂ ਨੇ, ਉਹ ਧੁਨੀਆਂ ਨੇ, ਜਿਨ੍ਹਾਂ ਨੂੰ ਅਰਚਨਾ ਜਿਹੜੀ ਹੈ ਉਹ ਸੁਣਦੀ ਹੈ ਆਪਣੀ ਉਸ ਚੁੱਪ ਦੇ ਰਾਹੀਂ, ਜਿਹੜੀ ਉਸਨੂੰ ਅੰਦਰੋਂ ਉਹਦੇ ਅੰਦਰ ਖੋਰੂ ਪਾਉਂਦੀ ਹੈ, ਉਸਨੂੰ ਉਹ ਤੰਗ ਕਰਦੀ ਹੈ, ਉਹ ਬੇਚੈਨ ਹੈ, ਔਰ ਉਸਦਾ ਪ੍ਰਤੀਕਰਮ ਜਿਹੜਾ ਹੈ ਉਹ ਬੋਲ ਕੇ ਨਹੀਂ ਦਿੰਦੀ, ਉਹ ਉਸਨੂੰ ਐਕਸ਼ਨ 'ਚ ਕਨਵਰਟ ਕਰਦੀ ਹੈ। ਜਦੋਂ ਉਹ ਆਪਣੇ ਨਾਲ ਦੇ ਸਾਥੀ ਨੂੰ, ਮੈਥਿਊ ਨੂੰ ਘਰ ਬੁਲਾਉਂਦੀ ਹੈ, ਔਰ ਮਿਸਟਰ ਮੈਥਿਊ ਜਿਹੜਾ ਇਸ ਦਾ ਪਾਤਰ ਹੈਗਾ, ਤਾਂ ਉਸ ਸਮੇਂ ਦਲਜੀਤ ਦੀ ਜਿਹੜੀ ਸਥਿਤੀ ਹੈ ਉਹ ਵੇਖਣ ਵਾਲੀ ਹੁੰਦੀ ਹੈ। ਬਹੁਤ ਸਾਰੀਆਂ ਮਿਸਾਲਾਂ ਜਿਹੜੀਆਂ ਨੇ ਇਸ ਕਹਾਣੀ ਦੇ ਵਿੱਚੋਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਸਕਦੀਆਂ ਨੇ। ਮੈਂ ਉਸਨੂੰ ਦਲਜੀਤ ਦੀ ਜਿਹੜੀ ਅਵਸਥਾ ਹੈ ਉਹ
ਇਕੱਲੇ ਦਲਜੀਤ ਦੀ ਅਵਸਥਾ ਨਹੀਂ ਹੈ, ਉਹ ਐਵੇਂ ਦੇ ਆਦਮੀਆਂ ਦੀ, ਐਵੇਂ ਦੇ ਮਰਦਾਂ ਦੀ ਅਵਸਥਾ ਹੈ ਜਿਹੜੇ ਇਸ ਤਰ੍ਹਾਂ ਦੇ ਉਹਦੇ ਵਿੱਚ ਕਿ ਔਰਤ ਉਸਦੀ ਜਿਹੜੀ ਹੈ ਉਹ ਚੁੱਪ ਰਵੇ ਔਰ ਉਹ ਜਿਵੇਂ ਮਰਜ਼ੀ ਆਪਣੀ ਆਜ਼ਾਦ ਜਿਹੜੀ ਹੈ ਆਜ਼ਾਦੀ ਨੂੰ ਉਹ ਭੋਗੇ। ਲੇਕਿਨ ਦਲਜੀਤ ਫੋਕਾ ਜਿਹਾ ਹੱਸਿਆ। ਅਰਚਨਾ ਨੇ ਹੀ ਕਿਹਾ, ਮਿਸਟਰ ਮੈਥਿਊ, ਟੋਇਟਾ ਤੇ ਬੈਂਟਲੀ ਕਾਰਾਂ 'ਚ ਬਹੁਤਾ ਫਰਕ ਨਹੀਂ, ਬਸ ਬੈਂਟਲੀ ਕਾਰ ਦਾ ਐਕਸੀਡੈਂਟ ਹੋਣ ਤੇ ਦੁੱਖ ਜ਼ਿਆਦਾ ਹੁੰਦਾ ਹੈ। ਤੋ ਦਲਜੀਤ ਦੀ ਜਿਹੜੀ ਇਹ ਸੋਚ ਹੈ, ਜਿਹੜੀ ਉਸ ਮਰਦ ਦੀ ਜਿਹੜੀ ਹਉਮੈ ਨੂੰ, ਈਗੋ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਉਹ ਉਸ ਤਰ੍ਹਾਂ ਦੇ ਨਾਲ, ਉਹਨਾਂ ਸ਼ਬਦਾਂ ਦੇ ਨਾਲ, ਉਸ ਤਰ੍ਹਾਂ ਨਾਲ ਉੱਚੀ ਆਵਾਜ਼ ਦੇ ਵਿੱਚ, ਉੱਚੀ ਸੁਰ ਦੇ ਵਿੱਚ ਨਹੀਂ ਕਹਿੰਦੀ, ਪਰ ਜੋ ਉਸ ਦੇ ਅੰਦਰ ਧੁਖਦਾ ਹੈ ਉਸਨੂੰ ਉਸੇ ਤਰ੍ਹਾਂ ਨਾਲ ਕਰਕੇ ਦਿਖਾਉਂਦੀ ਹੈ। ਐਵੇਂ ਹੀ ਪੀਲੇ ਪੱਤਿਆਂ ਦੀ ਦਾਸਤਾਨ ਦੇ ਵਿੱਚ, ਉਸ ਨਾਵਲ ਦੇ ਵਿੱਚ ਵੀ ਕੁਝ ਐਵੇਂ ਦਾ ਹੀ ਵਾਪਰਦਾ ਹੈ। ਇਹਨਾਂ ਕਹਾਣੀਆਂ ਦੇ ਵਿੱਚ ਕਿ ਜਿਹੜਾ ਬੰਦੇ ਦਾ, ਮੈਨੂੰ ਡਾਰਵਿਨ ਦਾ ਜਿਹੜਾ ਪ੍ਰਾਕਿਰਤਿਕਵਾਦ ਦਾ ਉਹ ਗੱਲ ਕਰਦੇ ਨੇ ਕਿ ਬੰਦੇ ਦੇ ਸਮੂਹ ਭਾਗ ਦੇ ਜਿਹੜੇ ਸੱਭਿਅਕ ਵਿਕਾਸ ਦੇ ਬਾਵਜੂਦ ਵੀ ਬੰਦਾ ਅਜੇ ਤੱਕ ਵਿਸ਼ਵ ਵਿੱਚ ਇੱਕ ਤਿਨਕੇ ਦੀ ਨਿਆਈ ਹੈ, ਜਿਸ ਨੂੰ ਸਮੇਂ ਅਤੇ ਇਤਿਹਾਸ ਦੀਆਂ ਹਨੇਰੀਆਂ ਕਿਸੇ ਵੇਲੇ ਵੀ ਚੁੱਕ ਕੇ ਕਿਤੋਂ ਦਾ ਕਿਤੇ ਜਾ ਸੁੱਟ ਸਕਦੀਆਂ ਹਨ। ਤੇ ਬੰਦਾ ਇਹਨਾਂ ਦੇ ਸਾਹਵੇਂ ਜਾਂ ਇਹਨਾਂ ਦੀ ਲਪੇਟ ਵਿੱਚ ਲਾਚਾਰ ਹੋ ਕੇ ਰਹਿ ਜਾਂਦਾ ਹੈ, ਭਾਵੇਂ ਉਹ ਕੁਕਨਸ ਵਾਂਗ ਆਪਣੀ ਰਾਖ ਵਿੱਚੋਂ ਮੁੜ ਜਿਉ ਪੈਣ ਦੀ ਉਮੀਦ ਵੀ ਨਹੀਂ ਛੱਡਦਾ। ਇਸ ਲਈ ਉਸਦੇ ਇਸ ਸਿਧਾਂਤ ਦੇ ਅਨੁਸਾਰ ਉਹ ਉਸਦੇ ਵਾਤਾਵਰਣ ਅਤੇ ਪ੍ਰਵੇਸ਼ ਨੂੰ, ਬੰਦੇ ਦੇ ਪ੍ਰਵੇਸ਼ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਬੰਦੇ ਦੀ ਹੋਂਦ ਦਾ ਉਸਦੇ ਵਾਤਾਵਰਣ ਨਾਲ ਬੜਾ ਨੇੜੇ ਦਾ ਸੰਬੰਧ ਜਿਹੜਾ ਹੈ ਉਹ ਹੁੰਦਾ ਹੈ। ਤਾਂ ਇਹਨਾਂ ਜਿਵੇਂ ਡਾਕਟਰ ਪ੍ਰਵੀਨ ਕਹਿ ਰਹੇ ਸੀ ਕਿ ਬੇਸ਼ੱਕ ਸਾਨੂੰ ਲੱਗਦਾ ਹੈ ਕਿ ਇਹਨਾਂ ਕਹਾਣੀਆਂ ਦਾ ਰਚਨਾ ਕਾਲ ਜਿਹੜਾ ਹੈ ਉਹ ਬਹੁਤ ਪਹਿਲਾਂ ਦਾ, ਬਹੁਤ ਪਹਿਲਾਂ ਲਿਖੀਆਂ ਗਈਆਂ ਨੇ, ਪਰ ਸਾਨੂੰ ਜਿਹੜੀਆਂ ਨੇ ਉਹ ਬਈਆਂ ਨਹੀਂ ਲੱਗਦੀਆਂ, ਉਹ ਫਰੈਸ਼ ਲੱਗਦੀਆਂ ਨੇ, ਕਿਉਂਕਿ ਬਹੁਤ ਹਜ਼ਾਰਾਂ ਸਾਲਾਂ ਦੀ ਸਥਿਤੀਆਂ ਤੋਂ ਬਾਅਦ ਵੀ ਬੰਦਾ ਜਿਹੜਾ ਹੈ ਉਹ ਉਸ ਤਰ੍ਹਾਂ ਦੇ ਸਵਾਲਾਂ ਤੋਂ ਉਹ ਨਿਕਲ ਨਹੀਂ ਪਾਇਆ। ਅਸੀਂ ਦੇਖਦੇ ਹਾਂ ਇਸੇ ਕਰਕੇ ਸਾਨੂੰ ਜਿਹੜਾ ਮਿਡੀਵਲ ਲਿਟਰੇਚਰ ਹੈ ਉਹਦੇ ਵਿੱਚ ਗੁਰਮਤ ਕਾਵਿ ਹੈ, ਸੂਫੀਜ਼ਮ ਹੈ, ਉਹ ਵੀ ਸਾਨੂੰ ਉਸੇ ਤਰ੍ਹਾਂ ਨਾਲ, ਉਹ ਅੱਜ ਵੀ ਕਿ ਬੁਰੇ ਦਾ ਭਲਾ ਕਰ ਜਾਂ ਕਿਸੇ ਨੂੰ ਜਿਹੜਾ ਹੈਗਾ ਉਹ ਮਾੜਾ ਨਾ ਕਹਿਣਾ, ਮਿੱਠਾ ਬੋਲਣਾ। ਤਾਂ ਕੁਝ ਇਹ ਕਹਾਣੀਆਂ ਜਿਹੜੀਆਂ ਨੇ ਉਹਨਾਂ ਸਮੱਸਿਆਵਾਂ ਨੂੰ, ਉਹਨਾਂ ਮਨੁੱਖ ਦੀਆਂ ਉਹਨਾਂ ਅੰਦਰਲੀਆਂ ਜਟਿਲਤਾਵਾਂ ਦਾ ਭਾਵ ਵਿਰੇਚਨ ਕਰਦੀਆਂ ਨੇ, ਜਿਹੜਾ ਉਹ ਉਸ ਸਮੇਂ ਬੋਲ ਨਹੀਂ ਸਕਦਾ, ਲੇਕਿਨ ਉਸਦਾ ਇਹ ਅਬੋਲ ਜਿਹੜਾ ਹੈ ਉਸਦੀ ਖੁਦ ਦੇ ਚੇਤਨਾ ਦੇ ਵਿੱਚ ਨਹੀਂ ਹੈ, ਪਰ ਉਸਨੂੰ ਹਾਲਾਤ, ਉਹ ਐਵੇਂ ਦੀਆਂ ਸਥਿਤੀਆਂ ਪ੍ਰਸਥਿਤੀਆਂ ਦਾ ਸ਼ਿਕਾਰ ਹੁੰਦਾ ਹੈ ਜਿੱਥੇ ਜ਼ਬਰਦਸਤੀ ਉਹਦੇ ਬੁੱਲਾਂ ਨੂੰ ਸੀ ਦਿੱਤਾ ਜਾਂਦਾ ਹੈ। ਭਾਵੇਂ ਤੁਸੀਂ ਆਜ਼ਾਦ ਜਿਹੜੀ ਲੋਕ ਕਹਾਣੀ ਹੈ ਉਹਦੇ ਵਿੱਚ ਵੀ ਦੇਖੋਗੇ ਕਿ ਅਸੀਂ ਆਜ਼ਾਦ ਹੋਏ, ਜਿਹਨੂੰ ਮਰਜ਼ੀ ਵੋਟ ਦਈਏ, ਕੌਣ ਡੱਕ ਸਕਦਾ ਹੈ? ਗਰੀਬੂ ਨੇ ਦੀਵੇ ਵੱਲ ਨੂੰ ਮੂੰਹ ਕਰਕੇ ਕਿਹਾ, ਦੀਵੇ ਦਾ ਸਾਰਾ ਚਾਨਣ ਗਰੀਬੂ ਦੇ ਮੂੰਹ ਤੇ ਆ ਗਿਆ। ਔਰ ਇਹ ਜਿਹੜੀ ਸੋਚ ਹੈ ਉਹ ਫਿਰ ਉਹ ਚੁੱਪ ਕਿਵੇਂ ਹੈ? ਉਸ ਚੁੱਪ ਨੂੰ ਤੋੜਦਾ ਕਿਉਂ ਨਹੀਂ ਹੈ? ਕਿਉਂਕਿ ਜਿਸ ਸਿਸਟਮ ਦੇ ਵਿੱਚ ਬੇਸ਼ੱਕ ਬਹੁਤ ਸਾਰਾ ਸਾਨੂੰ ਲੱਗਦਾ ਹੈ ਕਿ ਐਵੇਂ ਦੀਆਂ ਜਿਹੜੀਆਂ ਆਵਾਜ਼ਾਂ ਨੇ, ਚਾਹੇ ਉਹ ਦਲਿਤ ਧਿਰਾਂ ਨੇ, ਚਾਹੇ ਉਹ ਔਰਤ ਹੈ, ਉਹਨਾਂ ਨੂੰ ਬਹੁਤ ਸਾਰੀ ਆਜ਼ਾਦੀ ਮਿਲੀ ਹੋਈ ਹੈ, ਪਰ ਉਸ ਸਿਸਟਮ ਦੇ ਵਿੱਚ, ਜਿਹੜੇ ਉਸ ਸਰਮਾਏਦਾਰੀ ਸਿਸਟਮ ਦੇ ਵਿੱਚ ਕਿਸ ਤਰ੍ਹਾਂ ਨਾਲ ਉਹਨਾਂ ਨੂੰ ਦਬਾਉਣਾ ਹੈ, ਕਿਸ ਤਰ੍ਹਾਂ ਨਾਲ ਉਹਨਾਂ ਨੂੰ ਨਪੀੜ ਕੇ ਰੱਖਣਾ ਹੈ, ਇਸ ਦੀ ਖੂਬਸੂਰਤ ਮਿਸਾਲ ਇਸ ਕਹਾਣੀ 'ਚ ਮਿਲਦੀ ਹੈ। ਜਦੋਂ ਗਰੀਬੂ ਨੂੰ ਚੇਤੇ ਹੁੰਦਾ ਹੈ, ਗਰੀਬੂ ਜਵਾਨ ਕੁੜੀਆਂ ਵਿਹੜੇ ਦੀ ਬੇਰੀ ਵਾਂਗ ਹੁੰਦੀਆਂ, ਕਿਸੇ ਵੇਲੇ ਵੀ ਜਵਾਕਾਂ ਦੇ ਇੱਟਾਂ ਵੱਟਿਆਂ ਨਾਲ ਤੁਹਾਡੇ ਮੱਥੇ ਫੱਟ ਸਕਦੇ ਆ। ਚੌਧਰੀ ਨੇ ਕਿਹਾ ਸੀ, ਕਿਆ ਹੀ ਨਹੀਂ ਸੀ, ਗੱਲ ਨੂੰ ਦੱਬੀ ਰੱਖਣ ਲਈ 500 ਰੁਪਏ ਦੇ ਕੇ ਰੱਤੀ ਦਾ ਵਿਆਹ ਕਰਵਾ ਦਿੱਤਾ ਸੀ। ਇਸ ਤਰ੍ਹਾਂ ਦੀਆਂ ਜਿਹੜੀ ਸੋਚ ਹੈ ਕਿ ਕਿਸ ਤਰ੍ਹਾਂ ਨਾਲ ਐਵੇਂ ਦੀਆਂ ਜਿਹੜੀਆਂ ਹਾਸ਼ੀਆਗਤ ਧਿਰਾਂ ਨੇ ਉਹਨਾਂ ਨੂੰ ਕਿਵੇਂ ਦਬਾਇਆ ਜਾ ਸਕਦਾ ਹੈ, ਉਹਨਾਂ ਦੀ ਆਵਾਜ਼ ਹੈ ਉਹ ਇਹਨਾਂ ਕਹਾਣੀਆਂ ਦੀ ਕਥਾ ਦਾ ਜਿਹੜਾ ਕੈਨਵਸ ਹੈ
ਉਹ ਬਣਦਾ ਹੈ। ਇਸ ਕਰਕੇ ਆਪਣੇ ਸਮੇਂ ਤੋਂ ਪਾਰ ਦੀਆਂ ਜਿਹੜੀਆਂ ਸਥਿਤੀਆਂ ਨੇ, ਜਿਹੜੀਆਂ ਜਟਿਲਤਾਵਾਂ ਨੇ ਮਨੁੱਖ ਦੀਆਂ, ਚਾਹੇ ਉਹ ਔਰਤ ਮੰਨਦੀਆਂ ਨੇ ਚਾਹੇ ਉਹ ਮਰਦ ਮੰਨਦੀਆਂ ਨੇ, ਉਹਨਾਂ ਨੂੰ ਜਿਹੜਾ ਹੈਗਾ ਉਹ ਸਾਡੇ ਸਾਹਮਣੇ ਇਹ ਕਹਾਣੀਆਂ ਰੱਖਦੀਆਂ ਨੇ। ਇਸ ਗੱਲੋਂ ਜਿਹੜਾ ਹੈ ਇਸ ਕਹਾਣੀ ਵਿਚਲੀਆਂ ਕਹਾਣੀਆਂ ਔਰ ਇਸ ਦੇ ਕਹਾਣੀਕਾਰ ਨੂੰ ਬਹੁਤ-ਬਹੁਤ ਮੁਬਾਰਕਬਾਦ। ਔਰ ਇਹੋ ਹੀ ਇਹਨਾਂ ਕਹਾਣੀਆਂ ਦਾ ਹਾਸਲ ਹੈ ਕਿ ਇਹ ਬੰਦੇ ਨੂੰ ਸੋਚਣ ਤੇ ਮਜਬੂਰ ਕਰਦੀਆਂ ਨੇ। ਉਸਦੀ ਉਹ ਬੇਸ਼ੱਕ ਨਹੀਂ ਬੋਲਦੇ, ਲੇਕਿਨ ਬੋਲਣ ਵਾਲਿਆਂ ਦੀ ਬੋਲਤੀ ਵੀ ਬੰਦ ਕਰਦੀਆਂ ਨੇ। ਇਹ ਇਹਨਾਂ ਕਹਾਣੀਆਂ ਦੀ ਜਿਹੜੀ ਹੈ ਉਹ ਅਹਿਮ ਪ੍ਰਾਪਤੀ ਉਹ ਕਹੀ ਜਾ ਸਕਦੀ ਹੈ। ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਜੀ। ਡਾਕਟਰ ਕੁਲਦੀਪ ਸਿੰਘ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਤੋਂ ਸਾਡੇ ਨਾਲ ਜੁੜੇ ਹੋਏ ਸੀ। ਇੱਕ ਗੱਲ ਬੜੀ ਖੂਬਸੂਰਤ ਹੈ ਕਿ ਜਿਸ ਤਰ੍ਹਾਂ ਦੀ ਪਿਰਤ ਸਾਡੇ ਨੌਜਵਾਨ ਆਲੋਚਕਾਂ ਨੇ ਸ਼ੁਰੂ ਕੀਤੀ ਹੈ, ਡਾਕਟਰ ਗੁਰਮੁਖ ਸਿੰਘ ਹੋਰਾਂ ਨੇ, ਡਾਕਟਰ ਰਵੀ ਹੋਰਾਂ ਨੇ, ਡਾਕਟਰ ਰਵਿੰਦਰ ਸਿੰਘ ਹੋਰਾਂ ਨੇ, ਉਦੋਂ ਅੱਗੇ ਜਾ ਕੇ ਫਿਰ ਪ੍ਰਵੀਨ ਸ਼ੇਰੋ ਹੋਰੀ, ਕੁਲਦੀਪ ਹੋਰੀ ਇਹਨਾਂ ਨੂੰ ਅੱਗੇ ਤੋਰ ਰਹੇ ਨੇ। ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ। ਇਹਨਾਂ ਤੋਂ ਬਾਅਦ ਮੈਂ